खेती बिलों खिलाफ सूबा पद्धरी संघर्ष जारी ने। इस दौरान संघर्ष ਨੂੰ अंजाम तक पहुंचाने का अहद लिया गया है, जिस दे तहत अज आड़ती यूनियन अजनाला के प्रधान गुरदेव सिंह निज्जर की अगवाई में 71 दाना मंडी अजनाला के आड़तियां ते पल्लेदारां वल्लों कीर्ति किसान यूनियन और जमहूरी किसान सभा के आगुआं की हाजरी में केंद्र सरकार वल्लों लिआंदे गए 3 किसान मारू ऑर्डीनेंसां दीआं कापियां साड़ के ਵੱਖ-ਵੱਖ जथेबंदियां वल्लों 25 सितंबर ਨੂੰ पंजाब बंद के कीते ऐलान का समर्थन करन दा फैसला लैंदिआं एक दिन लई दाना मंडी अजनाला नूं भी बंद करन दा फैसला कीता गया। ਜਿਹੜਾ ਮੋਦੀ ਸਰਕਾਰ ਨੇ ਆਰਡੀਨੈਂਸ 3 ਪਾਸ ਕੀਤੇ ਨੇ ਕਿਸਾਨ ਵਿਰੋਧੀ, ਵਪਾਰੀ ਵਿਰੋਧੀ, ਛੋਟੇ ਵਪਾਰੀ ਵਿਰੋਧੀ ਤੇ ਮਜ਼ਦੂਰ ਵਿਰੋਧੀ, ਉਹਦੇ ਸਬੰਧ 'ਚ ਅੱਜ ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਹੋਈ। ਸਾਡੇ ਸਮੂਹ ਆੜਤੀਆਂ ਨੇ ਇਹ ਫੈਸਲਾ ਕੀਤਾ ਕਿ ਅਸੀਂ 25 ਤਰੀਕ ਨੂੰ ਵੱਧ ਚੜ੍ਹ ਕੇ ਇਸ ਬੰਦ ਨੂੰ ਕਾਮਯਾਬ ਕਰਾਂਗੇ ਤੇ ਅਮਨ ਸ਼ਾਂਤੀ ਵਾਲਾ ਜਿਹੜਾ ਵਾ ਉਹ ਬੰਦ ਰੱਖਿਆ ਜਾਵੇਗਾ। नहीं बिल्कुल मुकम्मल तौर पर मंडी बंद है जी। ना कोई किसान मंडी आएगा, ना कोई खरीददार खरीदेगा, तो ना लेबर ही जी वो कोई अपना जो कोई गलती ना आता तो जिमीदार का माल जरा नहीं तोलिया जाएगा। अज असी जड़ियाँ 31 किसान जथेबंदियाँ रलियां ने मोगा बहुत वड्डी मीटिंग हुई आ, जिन्हां दी अगवाई 161 जथेबंदियां ते आधारित कुल हिंद किसान संघर्ष तालमेटी कर रही आ। ਉਹਦੀ ਵੱਲੋਂ ਜਿਹੜਾ ਪ੍ਰਸਤਾਵਿਤ ਆ ਵੀ 25 ਸਤੰਬਰ ਨੂੰ ਭਾਰਤ ਬੰਦ ਸਫਲ ਕਰੋ, ਉਹਨੂੰ ਸਫਲ ਬਣਾਉਣ ਲਈ ਅਸੀਂ ਮੰਡੀਆਂ 'ਚ ਜਾ ਰਹੇ ਹਾਂ, ਪਿੰਡਾਂ 'ਚ ਜਾ ਰਹੇ ਹਾਂ, ਬਾਜ਼ਾਰਾਂ 'ਚ ਹੋਕਾ ਦੇ ਰਹੇ ਹਾਂ। ਇੱਥੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਨਿੱਜਰ ਦੇ ਗੁਰਦੇਵ ਸਿੰਘ ਨਿੱਜਰ ਦੀ ਪ੍ਰਧਾਨਗੀ 'ਚ ਬਹੁਤ ਵੱਡੀ ਅੱਜ ਮੀਟਿੰਗ ਹੋਈ ਆ। ਉਹਨਾਂ ਨੇ ਵਿਸ਼ਵਾਸ ਦਿਵਾਇਆ ਵੀ ਅਸੀਂ ਵੱਡੀ ਗਿਣਤੀ ਵਿੱਚ ਇਸ ਬੰਦ ਨੂੰ ਸਫਲ ਬਣਾਵਾਂਗੇ ਤੇ ਨਾਲ ਪੱਲੇਦਾਰ ਲੈ ਕੇ ਹੋਰ ਮਜ਼ਦੂਰ ਲੈ ਕੇ ਜਿਹੜਾ ਇੱਥੇ ਵੱਡਾ ਇਕੱਠ ਹੋ ਰਿਹਾ ਉਸ ਇਕੱਠ ਵਿੱਚ ਸ਼ਾਮਲ ਹੋਵਾਂਗੇ। ਇਹ ਅਸੀਂ ਤੁਹਾਡੇ ਰਾਹੀਂ ਮੀਡੀਆ ਰਾਹੀਂ ਦੱਸਣਾ ਚਾਹੁੰਦੇ ਹਾਂ ਵੀ ਇਹ ਜਿਹੜੇ ਖੇਤੀਬਾੜੀ ਦੇ ਆਰਡੀਨੈਂਸ ਆ, ਖੇਤੀ ਬਰਬਾਦੀ ਦੇ ਆਰਡੀਨੈਂਸ ਆ। ਇਹ ਕਿਸਾਨਾਂ ਦੇ ਮੌਤ ਦੇ ਵਾਰੰਟਾਂ ਦੇ ਉੱਤੇ ਦਸਤਖਤ ਜਿਹੜੇ ਮੋਦੀ ਹੋਣਾ ਨੇ ਕੀਤੇ ਆ, ਇਹ ਫਿਰ ਧੱਕੇ ਨਾਲ ਪਾਸ ਕਰਾਏ ਆ। ਰਾਜ ਸਭਾ ਕੋਈ ਇਹਨਾਂ ਕੋਲ ਮੈਜੋਰਟੀ ਨਹੀਂ ਸੀ, ਇਹਨਾਂ ਜਮਹੂਰੀਅਤ ਵੀ ਕੁਚਲੀ ਆ। ਇਹ ਕਰੋਨਾ ਮਹਾਮਾਰੀ ਦੇ ਆੜ ਵਿੱਚ ਜੰਗੀ ਮਾਹੌਲ ਬਣਾ ਕੇ ਇਹ ਆਰਡੀਨੈਂਸ ਲਿਆਂਦੇ ਆ। ਅਸੀਂ ਉਹਨਾਂ ਚਿਰ ਦਮ ਨਹੀਂ ਲਵਾਂਗੇ, ਖਾਸ ਕਰਕੇ ਪੰਜਾਬੀ ਆ, ਇਹਨਾਂ ਆਰਡੀਨੈਂਸਾਂ ਅਸੀਂ ਰੱਦ ਕਰਾ ਕੇ ਰਵਾਂਗੇ। ਇਹ ਸਾਡਾ ਹੈ ਤੁਹਾਡੇ ਨਾਲ। ਉੱਥੇ खेती सुधार बिल के खिलाफ जिथे कांग्रेस ਵੱਲੋਂ संदीप संधू की अगवाई में ट्रैक्टर रैली कढ़ी गई, उत्थे ही अकाली दल ਵੱਲੋਂ भी इस हलके दे विच ट्रैक्टर रैली कढ़ी गई, जिस की अगवाई हलके के विधायक और सीनियर अकाली नेता मनप्रीत अयाली ਵੱਲੋਂ की गई। इस दौरान मनप्रीत अयाली ने कहा कि भावें भाजपा की भाईवाल पार्टी है, पर साडा पहला फर्ज किसानी है और किसानां लई ओह मरन नूं भी तैयार ने। उन्होंने कहा कि साडे लई सियासत तो उत्ते किसानी है और अकाली दल कुर्बानियां देण दे लई जानी जाती है, जिस कारण ओह हर कुर्बानी देण नूं तैयार ने। ਅਸੀਂ ਇਸ ਬਿੱਲ ਦੇ ਖਿਲਾਫ ਸੰਘਰਸ਼ ਕਰ ਰਹੇ ਹਾਂ। ਅਸੀਂ ਸਰਕਾਰ ਨੂੰ ਦੱਸ ਦਿਆਂਗੇ ਕਿ ਜਿਹੜੀ ਪੰਜਾਬ ਦੇ ਕਿਸਾਨਾਂ ਦੀ ਏਕਤਾ ਦੇ ਵਿੱਚ ਕਿੰਨੀ ਵੱਡੀ ਸ਼ਕਤੀ ਆ। ਅਸੀਂ ਆਪਦੇ ਹੱਕਾਂ ਲਈ ਹੱਕ ਲੈਣੇ ਵੀ ਜਾਣਦੇ ਹਾਂ, ਹੱਕਾਂ ਲਈ ਲੜਨਾ ਵੀ ਜਾਣਦੇ ਹਾਂ। ਜਦੋਂ ਤੱਕ ਸਾਡੀਆਂ ਮੰਗਾਂ ਮਨਜ਼ੂਰ ਨਹੀਂ ਹੋ ਜਾਂਦੀਆਂ, ਅਸੀਂ ਕਿਸੇ ਹੱਦ ਤੱਕ ਵੀ ਜਾਣਾ ਪਵੇ ਲੜਾਈ ਲੜਾਂਗੇ ਇਸ ਮੁੱਦੇ ਤੇ। ਅਕਾਲੀ ਦਲ ਦਾ ਕਿਸ ਤਰ੍ਹਾਂ ਸੰਘਰਸ਼ ਰਹੂਗਾ? ਨਹੀਂ, ਅਕਾਲੀ ਦਲ ਹਮੇਸ਼ਾ ਕਿਸਾਨਾਂ ਲਈ ਅੱਗੇ ਹੋ ਕੇ ਲੜਿਆ ਤੇ ਹੁਣ ਵੀ ਅੱਗੇ ਹੋ ਕੇ ਲੜੂਗਾ। ਉਸੇ ਕਈ ਕੁਰਬਾਨੀ ਦਿੱਤੀ ਆ ਬੀਬਾ ਹਰਸਿਮਰਤ ਕੌਰ ਬਾਦਲ ਜੀ ਨੇ, ਕਿਸਾਨਾਂ ਦੇ ਹੱਕ ਦੀ ਕੁਰਬਾਨੀ ਦਿੱਤੀ ਆ ਤੇ ਆਉਣ ਵਾਲੇ ਸਮੇਂ 'ਚ ਕੋਈ ਵੀ ਫੈਸਲਾ, ਕੋਈ ਵੀ ਕੁਰਬਾਨੀ ਦੇਣ ਤੋਂ ਅਕਾਲੀ ਦਲ ਗੁਰੇਜ਼ ਨਹੀਂ ਕਰੇਗਾ। ਮੇਰਾ ਸਵਾਲ ਇਹ ਹੈ ਕਿ ਬਿੱਲ ਨੂੰ ਕਿਸ ਤਰ੍ਹਾਂ ਜਾਊਗਾ, ਕਿਉਂਕਿ ਉਹ ਅਸੀਂ ਲੜਾਈ ਲੜ ਰਹੇ ਸੰਘਰਸ਼, ਉਹ ਸਮਾਂ ਦੱਸੂਗਾ ਜੀ, ਸਮਾਂ ਦੱਸੂਗਾ। ਦੇਸ਼ ਨੂੰ ਯਾਦ ਹੁਣ ਬੜਾ ਟਾਈਮ ਲੱਗਿਆ, ਕਿੰਨੀਆਂ ਲੜਾਈਆਂ ਲੜੀਆਂ ਗਈਆਂ, ਸੰਘਰਸ਼ ਹੋਏ ਨੇ। ਮਜਬੂਰ ਕਰ ਦਿਆਂਗੇ, ਸਾਡਾ ਸੰਘਰਸ਼ ਮਜਬੂਰ ਕਰ ਦੂਗਾ ਕੇਂਦਰ ਨੂੰ ਇਹੋ ਜਿਹੇ ਕਾਨੂੰਨ ਲਾਗੂ ਹੋਣ ਤੋਂ ਰੋਕਣ ਦੇ ਲਈ। ਕਿਤੇ ਨਾ ਕਿਤੇ ਭਾਈਵਾਲ ਪਾਰਟੀ ਰਹੀ ਆ ਤੁਹਾਡੀ, ਤੇ ਕਿਸ ਤਰ੍ਹਾਂ ਤੁਸੀਂ ਉਹਦਾ ਵਿਰੋਧ ਕਰੋਗੇ? ਨਹੀਂ, ਕਰ ਰਹੇ ਹਾਂ ਵਿਰੋਧ, ਕਰ ਹੀ ਰਹੇ, ਤੁਹਾਡੇ ਸਾਹਮਣੇ ਕਰ ਰਹੇ ਹਾਂ। ਅਸੀਂ ਆਪਦੇ ਹੱਕਾਂ ਲਈ ਕਿਸੇ ਦਾ ਵਿਰੋਧ ਕਰ ਸਕਦੇ ਹਾਂ, ਕਿਸਾਨੀ ਦੇ ਲਈ ਕਿਸੇ ਨਾਲ ਵੀ ਲੜਨਾ ਪਿਆ ਲੜਾਂਗੇ ਅਸੀਂ। ਯਾਰ ਇਸ ਦਾ ਕਿੰਨਾ ਕੁ ਨੁਕਸਾਨ ਹੈਗਾ ਬਿੱਲ ਕਿਸਾਨਾਂ ਵਾਸਤੇ? ਤੁਸੀਂ ਨਹੀਂ, ਇਹ ਤਾਂ ਕਿਸਾਨਾਂ ਨੂੰ ਤੁਸੀਂ ਪੁੱਛੋ। ਦੇਖੋ, ਇਹ ਜਿਹੜੀਆਂ ਵੱਡੇ ਕਾਰਪੋਰੇਟ ਘਰਾਣੇ ਨੇ ਉਹਨਾਂ ਨੂੰ ਇੱਥੇ ਬਿਠਾਉਣਾ ਚਾਹੁੰਦੇ ਆ, ਸਾਡਾ ਮੰਡੀਕਰਨ ਨੂੰ ਤੋੜਨਾ ਚਾਹੁੰਦੇ ਆ। ਠੀਕ ਆ, ਅੱਜ ਝੂਠੇ ਦਿਲਾਸੇ ਦੇ ਰਹੇ ਆ, ਸਾਲ 2 ਸਾਲ ਕੋਈ ਨਹੀਂ। ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਮੰਡੀਕਰਨ ਖਤਮ ਹੋ ਗਿਆ ਤਾਂ ਇਹਨਾਂ ਦੀ ਮਰਜ਼ੀ ਮੁਤਾਬਕ ਸਾਨੂੰ ਚੱਲਣਾ ਪੈਣਾ। ਕਿਸਾਨਾਂ ਨੂੰ, ਛੋਟਾ ਕਿਸਾਨ ਲਈ ਉਸ ਤੋਂ ਵੀ ਵੱਡਾ ਨੁਕਸਾਨਦੇਹ ਹੈ, ਮਜ਼ਦੂਰਾਂ ਲਈ ਵੀ। ਟਰੈਕਟਰ ਰੈਲੀ ਕੀਤੀ ਜਾ ਰਹੀ ਹੈ 25 ਤਰੀਕ ਨੂੰ, ਪੰਜਾਬ ਬੰਦ ਦੀ, ਦੇਸ਼ ਭਰ ਦੀ ਕੋਲ ਬੰਦ ਦੀ ਕੋਲ ਆ, ਕਿਸ ਤਰ੍ਹਾਂ? ਨਹੀਂ, ਬਿਲਕੁਲ ਅਸੀਂ ਹਰ ਜੋ ਵੀ ਸੰਘਰਸ਼ ਹੈ, ਚਾਹੇ ਕਿਸਾਨ ਯੂਨੀਅਨਾਂ ਕਰ ਰਹੀਆਂ, ਅਸੀਂ ਉਹਨਾਂ ਸਹਿਯੋਗ ਦੇ ਰਹੇ ਹਾਂ ਪੂਰਾ। ਕਿਸਾਨਾਂ ਦੇ ਨਾਲ, ਕਿਸਾਨ ਯੂਨੀਅਨਾਂ ਡਟ ਕੇ ਅਸੀਂ ਉਹਨਾਂ ਸਾਥ ਦੇਵਾਂਗੇ। ਇੱਕ 50 ਰੁਪਏ MSP ਜਿਹੜੀ ਵਧਾਈ ਗਈ, ਕੁਛ ਵੀ ਨਹੀਂ, ਕੋਈ ਐਵੇਂ ਕੋਈ ਬਿਲਕੁਲ ਰੱਦ ਕਰਦੇ ਉਹਨੂੰ ਮੂਹਰੋਂ ਹੀ ਅਸੀਂ।
ਦੇਖੋ ਇਹ ਰੇਟ ਆ ਘੱਟੋ ਘੱਟ ਜਿਹੜਾ 500 ਰੇਟ ਵਧਾਉਣਾ ਚਾਹੀਦਾ ਸੀਗਾ। ਉੱਥੇ ਕੈਪਟਨ ਸੰਦੀਪ ਸੰਧੂ ਨੇ ਕਿਹਾ ਕਿ ਟਰੈਕਟਰ ਰੈਲੀ ਕੱਢ ਕੇ ਉਹ ਕਿਸਾਨਾਂ ਦੇ ਹੱਕ ਵਿੱਚ ਕੇਂਦਰ ਸਰਕਾਰ ਤੱਕ ਆਪਣਾ ਰੋਸ ਜਤਾਉਣਾ ਚਾਹੁੰਦੇ ਨੇ। ਉਹਨਾਂ ਇਹ ਵੀ ਕਿਹਾ ਕਿ ਬਿੱਲ ਲਿਆਉਣ ਦੇ ਲਈ ਅਕਾਲੀ ਦਲ ਵੀ ਬਰਾਬਰ ਹਿੱਸੇਦਾਰ ਹੈ। ਸਭ ਰੈਲੀ ਇਹ ਰੈਲੀ ਨਹੀਂ, ਇਹ ਰੋਸ ਹੈ। ਇਹ ਪੰਜਾਬ ਦੇ ਕਿਸਾਨਾਂ ਨਾਲ ਜਿਹੜਾ ਅੱਜ ਫਰਜ਼ ਬਣਦਾ ਆਪਣਾ ਸਾਰਿਆਂ ਨੂੰ ਖੜੇ ਹੋਣ ਦਾ, ਸਭ ਕੁਝ ਛੱਡ ਕੇ ਇਹ ਉਹ ਸਮਾਂ ਹੈਗਾ। ਔਰ ਇਸ ਸਮੇਂ ਦੇ ਵਿੱਚ ਜ਼ਰੂਰੀ ਹੈ ਕਿ ਆਪਾਂ ਸਾਰੇ ਜਿਹੜੇ ਪੰਜਾਬ ਵਾਲੇ ਆ ਇਕੱਠੇ ਹੋ ਕੇ ਮੋਢੇ ਨਾਲ ਮੋਢਾ ਜੋੜ ਕੇ ਇਹ ਜਿਹੜੇ ਕਾਲੇ ਕਾਨੂੰਨ ਜਿਹੜੇ ਭਾਰਤੀ ਜਨਤਾ ਪਾਰਟੀ ਔਰ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੀ ਸਰਕਾਰ ਹੈ ਦਿੱਲੀ ਵਿੱਚ ਜਿਹੜੀ ਇਹ ਕਾਨੂੰਨ ਲੈ ਕੇ ਆਈ ਹੈ, ਇਹ ਕਾਨੂੰਨ ਦਾ ਆਪਾਂ ਹਰ ਉਹ ਸੰਭਵ ਕੋਸ਼ਿਸ਼ ਕਰੀਏ ਕਿ ਇਹ ਕਾਨੂੰਨ ਜਿਹੜੇ ਹੈ ਵਾਪਸ ਹੋਣ। ਸਰ ਲੇਕਿਨ ਤੁਹਾਡੀ ਗਵਰਨਮੈਂਟ ਕਰ ਰਹੀ ਹੈ, ਲੇਕਿਨ ਸੁਖਬੀਰ ਕਹਿ ਰਹੇ ਹੈ, ਵਿਰੋਧੀ ਧਿਰ ਕਹਿ ਰਹੇ ਹੈ ਕਿ ਤੁਸੀਂ ਪਹਿਲਾਂ ਹੀ ਕਾਨੂੰਨ ਪਾਸ ਕਰ ਚੁੱਕੇ, 2017 ਵਿੱਚ ਅਮੈਂਡਮੈਂਟ ਕਰ ਚੁੱਕੇ। ਸਭ ਅਸੀਂ ਕੋਈ ਬਿੱਲ ਇਹੋ ਜਿਹਾ ਪਾਸ ਨਹੀਂ ਕੀਤਾ। ਜਿਹੜੀ ਇਹ ਗੱਲਾਂ ਕਰਨੀਆਂ ਇਹੀ ਤਾਂ ਪ੍ਰੋਬਲਮ ਹੈ। ਸੁਖਬੀਰ ਬਾਦਲ 10 ਦਿਨ ਪਹਿਲਾਂ ਕੀ ਕਹਿ ਰਹੇ ਸੀ ਆਰਡੀਨੈਂਸ ਬਾਰੇ, ਜਦੋਂ ਆਲ ਪਾਰਟੀ ਮੀਟਿੰਗ ਬੁਲਾਈ ਸੀ ਸੀਐਮ ਸਾਹਿਬ ਨੇ, ਭਾਰਤੀ ਜਨਤਾ ਪਾਰਟੀ ਨੇ ਆਪਦਾ ਸਪਸ਼ਟ ਸਟੈਂਡ ਦਿੱਤਾ ਵੀ ਅਸੀਂ ਨਹੀਂ ਜੀ ਤੁਹਾਡੇ ਰੈਜ਼ੋਲੂਸ਼ਨ ਸ਼ਾਮਲ ਹੋਣਾ, ਅਸੀਂ ਉਲਟ ਹੈ। ਇਹਨਾਂ ਨੇ ਉਦੋਂ ਵੀ ਇਹਨਾਂ ਨੇ ਇਹੀ ਕੀਤਾ, ਹੁੰਨੇ ਆ ਨਹੀਂ ਹੁੰਨੇ ਆ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ 10 ਦਿਨ ਪਹਿਲਾਂ ਕੀ ਆਖਿਆ ਜੀ, ਤੁਸੀਂ ਸਾਰਿਆਂ ਦੇ ਚੈਨਲਸ ਦੇ ਉੱਤੇ ਸਾਰੇ ਤੁਹਾਡੇ ਆਪਣੇ ਅਖਬਾਰਾਂ ਰਾਹੀਂ ਪ੍ਰਕਾਸ਼ਿਤ ਹੋਈ ਇਹ ਗੱਲ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਖਿਆ ਕਿ ਜਿਹੜੇ ਸਾਡੇ ਪੰਜਾਬ ਦੇ 5 ਵਾਰੀ ਮੁੱਖ ਮੰਤਰੀ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਮੋਸਟ ਔਰ ਮੈਂ ਤਾਂ ਕਹੂੰਗਾ ਫਾਦਰ ਹੀ ਆ ਉਹ ਉਸ ਪਾਰਟੀ ਦੇ, ਉਹਨਾਂ ਨੇ ਆਪਦੀ ਸਪੀਚ 'ਚ ਇਹ ਗੱਲ ਆਖੀ ਕਿ ਜੀ ਇਹ ਬੜੇ ਅੱਛੀ ਆਰਡੀਨੈਂਸ। ਸੋ ਆਪਾਂ ਕਿਹਦੀ ਗੱਲ ਮੰਨਦੇ ਆ? ਸੁਖਬੀਰ ਸਿੰਘ ਬਾਦਲ ਜਿਹੜੀ ਗੱਲ ਅੱਜ ਕਹਿੰਦੇ ਉਹ ਕੱਲ੍ਹ ਨੂੰ ਕੁਝ ਹੋਰ ਕਹਿ ਦਿੰਦੇ, ਆਪਾਂ ਕੀ ਗੱਲ ਕਰੀਏ? ਉੱਥੇ ਜ਼ਿਲ੍ਹਾ ਸੰਗਰੂਰ ਵਿੱਚ ਵੀ ਕਿਸਾਨਾਂ ਨੇ ਰੈਲੀ ਕੱਢ ਕੇ ਕੇਂਦਰ ਸਰਕਾਰ ਦੇ ਖਿਲਾਫ ਆਵਾਜ਼ ਬੁਲੰਦ ਕੀਤੀ। ਮੋਦੀ ਕਹਿੰਦਾ ਵੀ ਐਮਐਸਪੀ ਲਿਖੀ ਐਮਐਸਪੀ ਦੇਵਾਂਗੇ, ਐਮਐਸਪੀ ਲਿਖਣ ਵੀ ਉਹਦੇ ਵਿੱਚ ਵੀ ਐਮਐਸਪੀ ਜ਼ਰੂਰੀ ਹੈ, ਲਿਖੀ ਜਾਣੇ ਫਿਰ ਅਸੀਂ ਮੰਨੀਏ। ਬੋਲਤਾ ਹੁਣ ਕੈਪਟਨ ਨੇ ਵੀ ਗੁਰੂ ਗ੍ਰੰਥ ਉਹਦੀ ਗੁਟਕਾ ਸਾਹਿਬ ਦੀ ਸਹੁੰ ਖਾ ਕੇ ਬਹੁਤ ਕੁਝ ਬੋਲਿਆ ਹੋਇਆ, ਉਹ ਤਾਂ ਕੋਈ ਨਹੀਂ ਉਹ ਮੰਨਦਾ ਹੈਗਾ ਗੱਲ। ਇਸ ਕਰਕੇ ਸਾਡੀ ਇਹ ਤਿੰਨੇ ਆਰਡੀਨੈਂਸ ਰੱਦ ਕਰੇ ਜਾਣ, ਸਾਡੀ ਇਹੀ ਮੰਗ ਹੈ ਇੱਕੋ ਇੱਕ ਵੀ ਆਹ ਤਿੰਨੇ ਆਰਡੀਨੈਂਸ ਰੱਦ ਕਰੇ ਜਾਣ। ਵੀ ਵੜ ਕੇ ਦਿਖਾਵੇ ਸਾਡੇ ਪਿੰਡ 'ਚ, ਅਸੀਂ ਤਾਂ ਮੰਨਾਂਗੇ। ਜੋ ਪਿੰਡ 'ਚ ਨਹੀਂ ਵੜਨ ਦਿੰਦੇ, ਇੱਥੇ ਹੀ ਬੈਠਾਂਗੇ। ਆਗੇ 'ਚ ਕੋਈ ਜਿਹੜਾ ਆਉਂਦਾ ਆਪਦਾ ਪੂਰਾ ਦਮ ਲਾ ਕੇ ਲੜਾਂਗੇ ਤੇ ਮਨਵਾ ਕੇ ਵੀ ਛੱਡਾਂਗੇ। ਉਹਨਾਂ ਚਿਰ ਦਮ ਨਹੀਂ ਲੈਂਦੇ ਜਿੰਨਾ ਚਿਰ ਸਾਡੇ ਹੱਕ ਮਿਲਦੇ ਨਹੀਂ ਸਾਨੂੰ, ਜਿੰਨਾ ਚਿਰ ਇਹ ਆਰਡੀਨੈਂਸ ਤਿੰਨੇ ਆਰਡੀਨੈਂਸ ਰੱਦ ਨਹੀਂ ਹੁੰਦੇ। ਇੱਥੇ ਵੋਟਾਂ 'ਤੇ ਫਿਰਦੇ ਨੇ ਕਿ ਧਰਨਿਆਂ 'ਚ ਫਿਰਦੇ ਨੇ। ਅਸੀਂ ਆਪਦੇ ਸਾਨੂੰ ਹੱਕਾਂ ਦਾ ਪਤਾ ਹੈ ਕਿ ਅਸੀਂ ਕਿਵੇਂ ਆਪਦੇ ਹੱਕ ਲੈਣੇ ਨੇ, ਕਿਵੇਂ ਸਰਕਾਰ ਨਾਲ ਲੜਨਾ ਹੈ, ਤੇ ਅਸੀਂ ਐਵੇਂ ਹੀ ਲੜਦੇ ਰਹਾਂਗੇ ਜਿੰਨਾ ਚਿਰ ਸਾਨੂੰ ਸਾਡੇ ਹੱਕ ਨਹੀਂ ਮਿਲਦੇ। ਸਾਨੂੰ ਕੌਣ ਕਹਿੰਦਾ ਵੀ ਸਾਨੂੰ ਖੇਤੀ ਬਾਰੇ ਨਹੀਂ ਪਤਾ? ਜੇ ਸਾਨੂੰ ਖੇਤੀ ਬਾਰੇ ਪਤਾ ਤਾਂ ਅਸੀਂ ਉਰੇ ਫਿਰ ਰਹੇ ਹਾਂ। ਇਹ ਅਸੀਂ 25 ਦੇ ਬੰਦ ਬਾਰੇ ਜਿਹੜੇ ਦੁਕਾਨਦਾਰ ਭਰਾਵਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰਨ ਆਇਆ ਬਈ ਭਰਾਵੋ, ਜਿਹੜਾ ਬਾਜ਼ਾਰ ਹੈ ਇਹ ਕਿਸਾਨਾਂ ਦੇ ਨਾਲੇ ਹੈ। ਜੇ ਕਿਸਾਨ ਮਾਰਿਆ ਗਿਆ ਤਾਂ ਬਾਜ਼ਾਰ ਨਹੀਂ ਰਹਿਣਾ, ਕਿਉਂਕਿ ਜਿਹੜੀ ਸਰਕਾਰ ਨੇ 3 ਕਾਲੇ ਕਾਨੂੰਨ ਪਾਸ ਕਰਤੇ ਸੈਂਟਰ ਦੀ ਸਰਕਾਰ ਨੇ, ਉਹਨੇ ਕਿਸਾਨ ਨਹੀਂ ਛੱਡਣਾ ਹੈਗਾ, ਮਜ਼ਦੂਰ ਨਹੀਂ ਛੱਡਣਾ ਹੈਗਾ, ਕੋਈ ਛੋਟਾ ਵਪਾਰੀ ਨਹੀਂ ਛੱਡਣਾ ਹੈਗਾ, ਜਾਣੀ ਕਿ ਪੂਰੇ ਦੇਸ਼ ਦਾ ਮੜੀਆ ਮੇਟ ਕਰਨਾ ਹੈ। ਇਸ ਕਰਕੇ ਇਹਨਾਂ ਭਰਾਵਾਂ ਨੂੰ ਅਸੀਂ ਹੱਥ ਬੰਨ੍ਹ ਕੇ ਬੇਨਤੀ ਕਰਨਾ ਆ ਵੀ ਭਰਾਵੋ ਸਾਡੀ ਮਦਦ ਕਰੋ। ਪੰਜਾਬ ਦੀਆਂ ਜਿਹੜੇ ਸਾਰੀਆਂ ਕਿਸਾਨ ਜਥੇਬੰਦੀਆਂ ਆਪਣੀ 25 ਤਰੀਕ ਨੂੰ ਪੰਜਾਬ ਨੂੰ ਬੰਦ ਕਰਨ ਜਾਣੀਆਂ ਨੇ, ਉਹਨੂੰ ਆਪਾਂ ਨੇ ਬੰਦ ਕਰਨਾ ਹੈ। ਤੁਸੀਂ ਦੁਕਾਨਦਾਰ ਆਪਦੇ ਪੱਧਰ ਤੇ ਇਸ ਲੜਾਈ ਵਿੱਚ ਸ਼ਾਮਲ ਹੋ, ਤੁਸੀਂ ਆਪਦੇ ਪੱਧਰ ਤੇ ਆਪ ਮੋਰਚੇ ਲਾਓ ਤਾਂ ਕਿ ਪਤਾ ਲੱਗੇ ਵੀ ਜਿੰਨਾ ਵਰਗ ਹੈ ਉਹ ਸਾਰਾ ਅੱਜ ਸੜਕਾਂ 'ਤੇ ਬੈਠਾ ਹੈ। ਉਹ ਜਿਹੜੇ ਕਾਨੂੰਨ ਆਪਾਂ ਨੇ ਵਾਪਸ ਕਰਾਉਣੇ ਨੇ ਜੀ। ਦੇਖੋ ਜੀ, ਮੰਗਾ ਨਾ ਮੰਨੇ ਜਾਂ ਮੰਨੇ ਉਹਦਾ ਲੋਕਾਂ ਦਾ ਫੈਸਲਾ ਹੈ, ਕਿਉਂਕਿ ਸਰਕਾਰ ਲੋਕਾਂ ਨੇ ਬਣਾਈ ਹੈ ਤੇ ਸਰਕਾਰ ਨੂੰ ਡੇਗਣ ਵੀ ਲੋਕ ਜਾਣਦੇ ਨੇ। ਜੇ ਨਹੀਂ ਮੰਨਣਗੇ ਤਾਂ ਲੋਕਾਂ ਨੇ ਜੋ ਕੁਛ ਕਰਨਾ ਉਹ ਕਰਨਗੇ। ਉਹ ਮਤਲਬ ਮੰਗਾ ਮੰਨੇ ਤੱਕ ਇਹ ਲੋਕ ਨਹੀਂ ਟਿੱਕਰ ਨਹੀਂ ਬਹਿਣਗੇ। ਇਹ ਮੰਗਾ ਜਿਹੜੇ ਕਾਨੂੰਨ ਆ ਵਾਪਸ ਕਰਾ ਕੇ ਹਟਣਗੇ ਜੀ। ਸਭ ਤੋਂ ਪਹਿਲਾਂ ਜਿਹੜਾ ਉਹਨਾਂ ਨੇ ਵਾਅਦਾ ਕੀਤਾ ਜੀ, ਅਸੀਂ ਉਹਨੂੰ ਸਿਰੇ ਤੋਂ ਨਕਾਰਦੇ ਹਾਂ ਵੀ ਸਾਡੇ ਵਾਸਤੇ ਸਿਰਫ 50 ਪੈਸੇ ਕਿਲੋ ਹੋਈ ਹੈ। ਤੇਲ ਦੇ ਰੇਟ ਕਿੱਥੇ ਵਗ ਗਏ ਅੱਜ, ਬਾਕੀ ਵਸਤਾਂ ਦੇ ਰੇਟ ਕਿੱਥੇ ਵਗ ਗਏ? ਕਿਸਾਨ ਵਾਸਤੇ ਸਿਰਫ 50 ਪੈਸੇ ਵਾਅਦਾ ਕਰਕੇ ਉਹ ਵੱਡੇ ਜਿਹੜੇ ਜੁਮਲੇ ਦੇ ਛੱਡ ਰਹੇ ਨੇ, ਉਹ ਤੋਂ ਅਸੀਂ ਸਿਰੇ ਤੋਂ ਨਕਾਰਦੇ ਹਾਂ ਵੀ ਬਿਲਕੁਲ ਨਹੀਂ ਸਾਨੂੰ ਚਾਹੀਦੀ। ਦੇਖੋ ਜੀ, ਤੁਹਾਡੀ ਗੱਲ ਸਹੀ ਹੈ, ਜਿਹੜੀ ਉਹ ਅਸਤੀਫਾ ਦਿੱਤਾ ਉਹਨੇ, ਅਸਤੀਫਾ ਨਹੀਂ ਦਿੱਤਾ, ਅਸਤੀਫਾ ਦਵਾਇਆ ਗਿਆ। ਕਿਉਂਕਿ ਸਾਡੀਆਂ ਜਿਹੜੀਆਂ ਸੰਘਰਸ਼ੀਲ ਜਥੇਬੰਦੀਆਂ, ਖਾਸ ਕਰਕੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ,
ਉਹਦਾ ਘਰ ਘੇਰਿਆ, ਉਦੋਂ ਅਸਤੀਫਾ ਮੰਗਿਆ ਉਹਨਾਂ ਨੇ, ਮਤਲਬ ਉਹ ਉਹਨਾਂ ਨੇ ਦਵਾਇਆ ਅਸਤੀਫਾ। ਜਿਹੜੇ ਆ ਗਈ ਗੱਲ ਕੈਪਟਨ ਦੀ, ਕੈਪਟਨ ਵੇਖ ਝੂਠਾ ਹੈ ਜਾਂ ਸੱਚਾ ਹੈ, ਉਹ ਅੱਜ ਕਿਸਾਨਾਂ ਨਾਲ ਲੜਾਈ ਲੜਦਾ ਹੈ। ਪਰ ਉਹਨੂੰ ਅਸੀਂ ਬੇਨਤੀ ਇਹ ਕਰਦੇ ਹਾਂ ਵੀ ਜਿਹੜੇ ਤੁਹਾਡੇ ਕਾਂਗਰਸ ਦੇ ਵਰਕਰ ਨੇ ਉਹ ਸਾਡੇ ਕਿਸਾਨਾਂ ਦੇ ਵਿੱਚ ਨਾ ਵੜਨ, ਸਾਨੂੰ ਕਿਸਾਨਾਂ ਨੂੰ ਡਿਸਟਰਬ ਨਾ ਕਰਨ। ਉਹ ਆਪਣੀ ਲੜਾਈ ਹੈ, ਜਿਹੜੀ ਸਾਡੀ ਲੜਾਈ ਹੈ, ਜਿਹੜੀ ਕਿਸਾਨ ਦੀ ਲੜਾਈ, ਉਹ ਆਪਦੇ ਪੱਧਰ ਤੇ ਲੜਨ, ਯਾਨੀ ਕਿ ਕਿਸਾਨਾਂ ਵਿੱਚ ਆ ਕੇ ਉਹ ਡਿਸਟਰਬ ਨਾ ਕਰਨ। ਅਸੀਂ ਚਾਹੁੰਦੇ ਨਹੀਂ ਵੀ ਸਾਡੇ ਕੋਲ ਰਾਜਨੀਤਿਕ ਪਾਰਟੀ ਸਾਡੇ ਵਿੱਚ ਆ ਕੇ ਵੜੇ। ਅਸੀਂ ਸੰਘਰਸ਼ ਕਰਨ ਵਾਲੇ ਲੋਕ ਆਪ ਲੜੀਏ, ਰਾਜ ਕਰਨ ਵਾਲੇ ਲੋਕ ਆਪਦਾ ਉਹ ਸਾਡੀ ਸਪੋਰਟ ਤੇ ਖੜਨ, ਉਹ ਆਪਦਾ ਆਪ ਲੜਨ। ਇਸ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਪਾਰਟੀ ਦੇ ਜਨਰਲ ਸਕੱਤਰ ਜਥੇਦਾਰ ਸੇਵਾ ਸਿੰਘ ਸੇਖਵਾਂ ਤੇ ਉਹਨਾਂ ਦੇ ਸੁਪੁੱਤਰ ਜਗਰੂਪ ਸਿੰਘ ਸੇਖਵਾਂ ਵੱਲੋਂ ਅੱਜ ਪਿੰਡ ਸੇਖਵਾਂ ਤੋਂ ਵਿਸ਼ਾਲ ਰੋਸ ਮਾਰਚ ਕੱਢਿਆ ਗਿਆ, ਜੋ ਕਿ ਹਲਕਾ ਕਾਦੀਆਂ ਦੇ ਵੱਖ-ਵੱਖ ਪਿੰਡਾਂ ਤੋਂ ਹੁੰਦਾ ਹੋਇਆ ਗੁਰਦਾਸਪੁਰ ਨੂੰ ਰਵਾਨਾ ਹੋਇਆ, ਜਿੱਥੇ ਉਹਨਾਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਆਪਣੀਆਂ ਹੱਕੀ ਮੰਗਾਂ ਦੇ ਸੰਬੰਧ ਵਿੱਚ ਅਤੇ ਕਿਸਾਨ ਵਿਰੋਧੀ ਬਿੱਲਾਂ ਨੂੰ ਰੱਦ ਕਰਵਾਉਣ ਦੇ ਸੰਬੰਧ ਵਿੱਚ ਮੰਗ ਪੱਤਰ ਦਿੱਤਾ। ਸੇਵਾ ਸਿੰਘ ਸੇਖਵਾਂ ਨੇ ਵਿਸ਼ੇਸ਼ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਜਾਰੀ ਕੀਤੇ ਗਏ ਕਿਸਾਨ ਵਿਰੋਧੀ ਆਰਡੀਨੈਂਸ ਬਿੱਲਾਂ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਪਾਰਟੀ ਦੇ ਵੱਲੋਂ ਰੋਸ ਮਾਰਚ ਕੱਢਿਆ ਗਿਆ ਅਤੇ ਨਾਲ ਹੀ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਜੰਮ ਕੇ ਰੋਸ ਪ੍ਰਦਰਸ਼ਨ ਤੇ ਨਾਅਰੇਬਾਜ਼ੀ ਕੀਤੀ ਗਈ। ਕਰਕੇ ਕੀਤਾ ਜਾ ਰਿਹਾ ਕਿ ਜਿਹੜੇ 3 ਕਾਲੇ ਕਾਨੂੰਨ ਕਿਸਾਨ ਮਾਰੂ ਲਿਆਂਦੇ ਗਏ ਆ, ਅਸੀਂ ਉਹਨਾਂ ਦਾ ਵਿਰੋਧ ਕਰ ਰਹੇ ਹਾਂ, ਕਿਉਂਕਿ ਇਸ ਦੇਸ਼ ਦੇ 80% ਲੋਕ ਸਿੱਧੇ ਜਾਂ ਸਿੱਧੇ ਢੰਗ ਨਾਲ ਕਿਸਾਨੀ ਤੇ ਨਿਰਭਰ ਨੇ। ਜੇਕਰ ਇਸ ਦੇਸ਼ ਦਾ ਕਿਸਾਨ ਮਰ ਗਿਆ, ਇਹ ਦੇਸ਼ ਮਰ ਜਾਏਗਾ। ਅਸੀਂ ਕਾਲੀ ਬੋਲੀ ਸਰਕਾਰ ਦੇ ਕੰਨ ਖੋਲਣ ਵਾਸਤੇ ਅੱਜ ਇਹ ਰੋਸ ਮਾਰਚ ਪਿੰਡ ਸੇਖਵਾਂ ਤੋਂ ਸ਼ੁਰੂ ਕਰਕੇ ਕਾਦੀਆਂ, ਭੈਣੀ ਮੀਆਂ ਖਾਂ, ਕਾਨੋਆਣ, ਧਾਰੀਵਾਲ ਤੋਂ ਹੋ ਕੇ ਗੁਰਦਾਸਪੁਰ ਪਹੁੰਚੇਗਾ, ਜਿੱਥੇ ਦੇਸ਼ ਦੇ ਰਾਸ਼ਟਰਪਤੀ ਦੇ ਨਾਂ ਡੀਸੀ ਗੁਰਦਾਸਪੁਰ ਨੂੰ ਅਸੀਂ ਆਪਣੀਆਂ ਮੰਗਾਂ ਦੇ ਸੰਬੰਧ ਵਿੱਚ ਮੈਮੋਰੰਡਮ ਦੇਵਾਂਗੇ ਕਿ ਇਹ ਜਿਹੜੇ ਕਾਲੇ ਕਾਨੂੰਨ ਬਣਾਏ ਗਏ ਨੇ, ਜਿਨ੍ਹਾਂ ਦੇ ਨਾਲ ਤਬਾਹੀ ਹੋ ਜਾਏਗੀ ਇਸ ਦੇਸ਼ ਦੀ, ਇਹ ਕਾਲੇ ਕਾਨੂੰਨ ਵਾਪਸ ਲਓ। ਸਾਨੂੰ ਉਮੀਦ ਆ ਕਿ ਲੋਕ ਸ਼ਕਤੀ ਤੋਂ ਵੱਡੀ ਦੁਨੀਆ ਦੀ ਕੋਈ ਸ਼ਕਤੀ ਨਹੀਂ, ਕੋਈ ਸਰਕਾਰ ਇਸ ਲੋਕ ਸ਼ਕਤੀ ਦੇ ਅੱਗੇ ਅੜ ਨਹੀਂ ਸਕਦੀ। ਮੈਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ, ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਇਹ ਬੇਨਤੀ ਕਰਦਾ ਕਿ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਤਾਂ ਕਿ ਐਡੀ ਵੱਡੀ ਲੋਕ ਸ਼ਕਤੀ ਬਣਾ ਦਿਓ ਕਿ ਕੇਂਦਰ ਦੀ ਮਜਬੂਰੀ ਬਣ ਜਾਏ ਕਿ ਜਿਵੇਂ ਉਹਨਾਂ ਨੇ ਕਾਲੇ ਕਾਨੂੰਨ ਬਣਾਏ ਨੇ ਉਹਨਾਂ ਨੂੰ ਵਾਪਸ ਲੈਣੇ ਪੈਣ। ਆਸ ਕਰਦੇ ਹਾਂ ਕਿ ਇਸ ਦੇਸ਼ ਦੇ ਮਿਹਨਤਕਸ਼ ਲੋਕ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਇਸ ਆਵਾਜ਼ ਨੂੰ ਬੁਲੰਦ ਕਰਨਗੇ ਤੇ ਇਸ ਮਾੜੀ ਸਰਕਾਰ ਨੂੰ ਇਹ ਕਾਲੇ ਕਾਨੂੰਨ ਵਾਪਸ ਲੈਣੇ ਪੈਣਗੇ। ਤੁਹਾਨੂੰ ਲੱਗਦਾ ਸੇਖਵਾਂ ਸਾਹਿਬ, ਕਿਉਂਕਿ ਰਾਜਨੀਤਿਕ ਪਾਰਟੀਆਂ ਵੀ ਇਹਦੇ ਵਿਰੋਧ ਵਿੱਚ ਨੇ, ਕਈ ਵੱਡੇ ਨਾਮਵਰ ਗਾਇਕ ਵੀ ਇਹਦੇ ਵਿਰੋਧ ਵਿੱਚ ਨੇ, ਤੁਹਾਨੂੰ ਕਿਸਾਨ ਵੀ ਵਿਰੋਧ ਨੇ, ਤੁਹਾਨੂੰ ਲੱਗਦਾ ਕਿ ਇਹ ਧਰਨੇ ਪ੍ਰਦਰਸ਼ਨ ਕਰਕੇ ਇਹ ਵਾਪਸ ਲਏ ਜਾ ਸਕਦੇ ਆ, ਉਹ ਫੈਸਲਾ ਬਦਲ ਸਕਦੀ ਸਰਕਾਰ ਆਪਣੀ? ਜਿਹੜੀ ਇਹ ਸਰਕਾਰ ਕਿੰਨੇ ਬਣਾਈ ਆ? ਆਪਣੇ ਆਪ ਨਹੀਂ ਬਣੀ। ਜੇ ਲੋਕ ਸਰਕਾਰਾਂ ਬਣਾ ਸਕਦੇ ਆ, ਉਹਨਾਂ ਸਰਕਾਰਾਂ ਨੂੰ ਮਜਬੂਰ ਕਰ ਸਕਦੇ ਆ ਕਿ ਜੇ ਤੁਸੀਂ ਮਾੜੇ ਕਾਨੂੰਨ ਬਣਾਏ ਆ ਤੇ ਇਹਨਾਂ ਨੂੰ ਵਾਪਸ ਲਓ। ਇਹ ਸ਼ਕਤੀ ਲੋਕਾਂ ਕੋਲ ਆ, ਔਰ ਜੇ ਉਹ ਨਹੀਂ ਮੰਨਦੇ ਤੇ ਫਿਰ ਲੋਕਾਂ ਕੋਲ ਇਹ ਵੀ ਸ਼ਕਤੀ ਹੈ ਕਿ ਜੇ ਉਹ ਇਹਨਾਂ ਦੀ ਸਰਕਾਰ ਬਣਾ ਸਕਦੇ ਆ ਤੇ ਕੱਲ ਨੂੰ ਇਹਨਾਂ ਦੀ ਸਰਕਾਰ ਤੋੜ ਵੀ ਸਕਦੇ। ਉਹਨਾਂ ਬਾਰੇ ਕੀ ਕਹੋਗੇ? ਕੁਝ ਸਾਂਸਦ ਜਿਹੜੇ ਸਾਡੇ ਸਨੀ ਦਿਓਲ ਨੇ ਜਾਂ ਕੁਝ ਨਾਮਵਰ ਗਾਇਕ ਵੀ ਨੇ ਜਿਨ੍ਹਾਂ ਨੇ ਇਸ ਕਾਨੂੰਨ ਦਾ ਸਮਰਥਨ ਕੀਤਾ ਵਾ, ਜਦ ਕਿ ਕਿਸਾਨਾਂ ਦੀਆਂ ਵੋਟਾਂ ਜ਼ਿਆਦਾਤਰ ਪੰਜਾਬ ਦੇ ਵਿੱਚ ਨੇ ਤੇ ਕਿਸਾਨਾਂ ਦੀਆਂ ਵੋਟਾਂ ਤੋਂ ਹੀ ਸਰਕਾਰਾਂ ਬਣਦੀਆਂ ਨੇ, ਆਪਣੀਆਂ ਸੀਟਾਂ ਹਾਸਲ ਕਰਦੇ ਨੇ, ਤੇ ਸਨੀ ਦਿਓਲ ਦੇ ਇਲਾਵਾ ਕਈ ਨਾਮਵਰ ਗਾਇਕਾਂ ਨੇ ਵੀ ਇਹਦਾ ਸਮਰਥਨ ਕਰ ਦਿੱਤਾ। ਵੇਖੋ, ਜਿਨ੍ਹਾਂ ਨੇ ਵੀ ਇਹਦਾ ਸਮਰਥਨ ਕੀਤਾ, ਅਸੀਂ ਉਹਨਾਂ ਦੀ ਨਿੰਦਿਆ ਕਰ ਰਹੇ ਹਾਂ, ਕਿਉਂਕਿ ਉਹਨਾਂ ਦਾ ਸਮਰਥਨ ਕਿਸਾਨ ਹਿੱਤ ਵਿੱਚ ਨਹੀਂ, ਇਸ ਦੇਸ਼ ਦੇ ਹਿੱਤ ਵਿੱਚ ਨਹੀਂ, ਲੋਕਾਂ ਦੇ ਹਿੱਤ ਵਿੱਚ ਨਹੀਂ। ਜਿਹੜੇ ਲੋਕ ਸਮਰਥਨ ਕਰ ਰਹੇ ਆ ਉਹਨਾਂ ਦੀ ਪ੍ਰਸ਼ੰਸਾ ਕਰਦੇ ਆ, ਜਿਹੜੇ ਲੋਕ ਇਹਦਾ ਵਿਰੋਧ ਕਰ ਰਹੇ ਆ ਜਾਂ ਇਹਦੇ ਪੱਖ ਵਿੱਚ ਭੁਗਤ ਰਹੇ ਆ ਉਹਨਾਂ ਲੋਕਾਂ ਦੀ ਅਸੀਂ ਸਾਰੇ ਨਿੰਦਾ ਕਰਦੇ ਆ। ਜਿੰਨਾ ਚਿਰ ਅਸੀਂ ਡੀਸੀ ਸਾਹਿਬ ਨੂੰ ਇਹ ਮੈਮੋਰੰਡਮ ਨਹੀਂ ਦਿੰਦੇ, ਸਾਡੀ ਹਰ ਮੂਵਮੈਂਟ ਜਿਹੜੀ ਆ ਉਹ ਲੋਕਾਂ ਤਾਈਂ ਜਾਣੀ ਚਾਹੀਦੀ ਆ। ਅਸੀਂ ਜਿਹੜਾ 25 ਤਰੀਕ ਦਾ ਬੰਦ ਦੀ ਕਾਲ ਦਿੱਤੀ ਆ ਬਹੁਤ ਸਾਰੀਆਂ ਜਥੇਬੰਦੀਆਂ ਨੇ, ਅਸੀਂ ਅੱਜ ਉਹਦਾ ਵੀ ਇਸ ਪ੍ਰੋਸੈਸ਼ਨ ਦੇ ਰਾਹੀਂ ਉਹਦਾ ਸਮਰਥਨ ਕਰ ਰਹੇ ਹਾਂ। ਬਿਊਰੋ ਰਿਪੋਰਟ। ਵਧੇਰੇ ਖਬਰਾਂ ਲਈ ਤੁਸੀਂ ਵੇਖਦੇ ਰਹੋ ਅਜੀਤ ਵੈਬ ਟੀਵੀ।
ਦੇਸ਼ ਦੁਨੀਆ ਤੇ ਕਰੋਨਾ ਮਹਾਮਾਰੀ ਦਾ ਅਸਰ। ਇਹ ਜ਼ਰੂਰੀ ਹੈ ਕਿ ਤੁਹਾਨੂੰ ਮਿਲੇ ਸਹੀ ਜਾਣਕਾਰੀ ਅਤੇ ਪਤਾ ਹੋਵੇ ਸੱਚੀ ਖਬਰ। ਅਜੀਤ ਵੈਬ ਟੀਵੀ ਦੇ ਸੈਂਕੜੇ ਪੱਤਰਕਾਰਾਂ ਦੀ ਹੈ ਹਰ ਪਲ, ਹਰ ਜਗ੍ਹਾ ਤੇ ਹਰ ਸਥਿਤੀ ਤੇ ਪੈਣੀ ਨਜ਼ਰ। ਪਿੰਡ, ਕਸਬਾ, ਸ਼ਹਿਰ ਹੋਵੇ ਜਾਂ ਦੇਸ਼ ਵਿਦੇਸ਼, ਅਸੀਂ ਜੁੜੇ ਹਾਂ ਤੁਹਾਡੇ ਨਾਲ ਅਖਬਾਰਾਂ ਤੇ ਸੋਸ਼ਲ ਮੀਡੀਆ ਰਾਹੀਂ। ਕਲਮ ਦੀ ਤਾਕਤ ਤੇ ਵੈਬ ਟੀਵੀ ਦੇ ਮਾਧਿਅਮ ਦੇ ਨਾਲ ਹਰ ਜਨ ਤੱਕ ਪਹੁੰਚਾਵਾਂਗੇ ਹਰ ਮਨ ਦੀ ਆਵਾਜ਼। ਹਰ ਆਮੋ ਖਾਸ ਤੇ ਹਕੂਮਤ ਨੂੰ ਵੀ ਕਰਾਂਗੇ ਸਵਾਲ ਜਵਾਬ। ਆਪ ਨਹੀਂ ਤਾਂ ਪਹੁੰਚੇਗੀ ਸਾਡੀ ਵੀਡੀਓ ਕਾਲ। ਅਫਵਾਹਾਂ ਤੋਂ ਬਚੋ ਅਤੇ ਸੱਚੀਆਂ ਤੇ ਸਹੀ ਖਬਰਾਂ ਦੇ ਲਈ ਜੁੜੇ ਰਹੋ ਅਜੀਤ ਵੈਬ ਟੀਵੀ ਦੇ ਨਾਲ।